Hi guys, this is Harpreet Singh. Welcome back to the channel Mr. Singh Educations. Welcome to the Indian Polity classes for all the competitive exams. Students, here you get polity notes for all the competitive exams which is helpful for your exam. So guys, ਆਪਾਂ ਜਿਵੇਂ ਕਿ ਆਪਾਂ ਕੱਲ ਲਾਸਟ ਕਲਾਸਿਸ ਦੇ ਵਿੱਚ ਆਪਾਂ ਕਰ ਰਹੇ ਸੀ ਮੇਕਿੰਗ ਆਫ ਇੰਡੀਅਨ ਕਨਸਟੀਟਿਊਸ਼ਨ। ਮੇਕਿੰਗ ਆਫ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਕਰਿਆ ਵੀ ਕਨਸਟੀਟਿਊਸ਼ਨ ਬਣਾਉਣ ਦੀ ਜ਼ਰੂਰਤ ਕੀ ਸੀ, ਠੀਕ ਹੈ। ਫਿਰ ਆਪਾਂ ਕਰਿਆ ਵੀ ਕੰਸਟੀਟਿਊਐਂਟ ਅਸੈਂਬਲੀ ਕੀ ਚੀਜ਼ ਹੈ, ਇਹਨਾਂ ਦੇ ਕਿਹੜੇ ਕੌਣ ਮੈਂਬਰ ਹੋਣਗੇ, ਕਿੰਨੇ ਮੈਂਬਰ ਹੋਣਗੇ, ਕੀ ਇਹਨਾਂ ਦੇ ਜਿਹੜੇ ਹੈਗੇ ਸੀ ਮਤਲਬ ਪ੍ਰਪੋਜ਼ਲ ਹੈਗਾ ਸੀ ਜਿਹੜਾ ਕਿ ਬ੍ਰਿਟਿਸ਼ ਪਾਰਲੀਮੈਂਟ ਨੇ ਆਪਾਂ ਨੂੰ ਕੀ ਜਿਹੜਾ ਹੈਗਾ ਦਿੱਤੇ ਸੀ, ਠੀਕ ਹੈ। ਇਸ ਤੋਂ ਬਾਅਦ ਆਪਾਂ ਜਿਹੜਾ ਹੈਗਾ ਅਗਲੀ ਨੈਕਸਟ ਕਲਾਸਿਸ ਦੇ ਵਿੱਚ ਆਪਾਂ ਕਰਿਆ ਹੈਗਾ ਵੀ ਕਮੇਟੀਜ਼ ਕਿਹੜੀ ਕਮੇਟੀਜ਼ ਜਿਹੜੀਆਂ ਇੰਪੋਰਟੈਂਟ ਹੈਗੀਆਂ ਨੇ। ਕੱਲ੍ਹ ਦੀ ਕਲਾਸ ਦੇ ਵਿੱਚ ਆਪਾਂ ਕੀਤਾ ਸੀ ਕਮੇਟੀ ਜਿਹੜੀ ਹੈਗੀ ਕਮੇਟੀਜ਼ ਕੀਤੀਆਂ ਸੀ, ਅਤੇ ਉਹਦੇ ਵਿੱਚ ਨਾਲ ਆਪਾਂ ਕੀਤਾ ਸੀ ਡਰਾਫਟਿੰਗ ਕਮੇਟੀ ਬਾਰੇ ਥੋੜ੍ਹੀ ਗੱਲ ਕੀਤੀ ਸੀ। ਡਰਾਫਟਿੰਗ ਕਮੇਟੀ ਦੇ ਵਿੱਚ ਸਭ ਤੋਂ ਇੰਪੋਰਟੈਂਟ ਜਿਹੜਾ ਹੈਗੀ ਸੀ ਡਰਾਫਟਿੰਗ ਕਮੇਟੀ ਸੀ ਸਾਰੀਆਂ ਕਮੇਟੀਜ਼ ਦੇ ਵਿੱਚੋਂ, ਜਿਹਦਾ ਕੰਮ ਕੀ ਹੈਗਾ ਸੀ ਕਨਸਟੀਟਿਊਸ਼ਨ ਸੰਵਿਧਾਨ ਨੂੰ ਡਰਾਫਟ ਕਰਨਾ, ਉਹਨੂੰ ਬਣਾਉਣਾ, ਸੰਵਿਧਾਨ ਦੇ ਮਤਲਬ ਵਿਸ਼ਾ ਵਸਤੂ ਜਿਹੜਾ ਹੈਗਾ ਸੀ ਨਾ ਉਹਨੂੰ ਕੀ ਸੈਟਅਪ ਕਰਨਾ। ਤਾਂ ਹੁਣ ਕੀ ਹੈ ਉਹਦੇ ਵਿੱਚ ਜਿਹੜਾ ਕੀਤਾ ਗਿਆ ਸਾਰਾ, ਅਤੇ ਉਹਨਾਂ ਦੇ ਚੇਅਰਮੈਨ ਕੌਣ ਸੀ। ਪਹਿਲਾਂ ਤਾਂ ਕੀ ਸੀ ਉਹਨਾਂ ਦੇ 7 ਮੈਂਬਰ ਸੀ, ਉਹ 7 ਮੈਂਬਰਸ ਦੇ ਵਿੱਚ ਜਿਹੜੇ ਉਹਨਾਂ ਦੇ ਚੇਅਰਮੈਨ ਹੈਗੇ ਸੀ ਉਹ ਹੈਗੇ ਸੀ ਡਾਕਟਰ ਭੀਮ ਰਾਓ ਅੰਬੇਦਕਰ, ਬਾਬਾ ਸਾਹਿਬ ਅੰਬੇਦਕਰ, ਜਾਂ ਫਿਰ ਉਹਨਾਂ ਨੂੰ ਕੀ ਫਾਦਰ ਆਫ ਇੰਡੀਅਨ ਕਨਸਟੀਟਿਊਸ਼ਨ ਵੀ ਕਿਹਾ ਜਾਂਦਾ ਸੀ, ਠੀਕ ਹੈ, ਕਿਹਾ ਜਾਂਦਾ ਹੈ। ਆਈ ਹੋਪ ਗਾਈਜ਼ ਤੁਹਾਨੂੰ ਇੰਨਾ ਪਤਾ ਲੱਗਿਆ ਹੋਵੇਗਾ, ਠੀਕ ਹੈ। ਹੁਣ ਅੱਜ ਆਪਾਂ ਜਿਹੜਾ ਹੈਗਾ ਨੈਕਸਟ ਗੱਲ ਕਰਦੇ ਹਾਂ। ਨੈਕਸਟ ਹੈਗੀ ਹੈ ਇਹ ਲਾਸਟ ਕਲਾਸ ਹੋਏਗੀ ਆਪਣੀ ਜਿਹੜੇ ਮੇਕਿੰਗ ਆਫ ਇੰਡੀਅਨ ਕਨਸਟੀਟਿਊਸ਼ਨ ਟੋਪਿਕ ਲਈ, ਠੀਕ ਹੈ। ਹੁਣ ਕੀ ਹੋਏਗਾ ਇਹਦੇ ਵਿੱਚ ਆਪਾਂ ਗੱਲ ਕਰਨੇ ਆ ਵੀ ਇਨੈਕਟਮੈਂਟ ਆਫ ਕਨਸਟੀਟਿਊਸ਼ਨ, ਠੀਕ ਹੈ। ਕਨਸਟੀਟਿਊਸ਼ਨ ਨੂੰ ਕਿਵੇਂ ਇਨੈਕਟ ਕੀਤਾ ਗਿਆ, ਠੀਕ ਹੈ, ਲਾਗੂ ਲਿਆਂਦਾ ਗਿਆ, ਫਿਰ ਉਹਨੂੰ ਇਨਫੋਰਸ ਕਿਵੇਂ ਕੀਤਾ ਗਿਆ, ਠੀਕ ਹੈ, ਦੇਸ਼ ਦੇ ਲੋਕਾਂ ਦੇ ਉੱਤੇ ਲਾਗੂ ਕਿਵੇਂ ਕੀਤਾ, ਠੀਕ ਹੈ। ਅਤੇ ਥੋੜ੍ਹੀ ਬਹੁਤੀ ਹੋਰ ਗੱਲਾਂ ਵੀ ਆਪਾਂ ਕਰਾਂਗੇ ਜਿਹਦੇ ਵਿੱਚ ਕਿ ਡਾਕਟਰ ਭੀਮ ਰਾਓ ਅੰਬੇਦਕਰ ਬਾਰੇ ਹੈ, ਜਾਂ ਫਿਰ ਕੀ ਕੁਛ ਹੋਰ ਜਿਹੜੇ ਇੰਪੋਰਟੈਂਟ ਫੈਕਟਸ ਜਿਹੜੇ ਰਹਿ ਗਏ ਨੇ ਰਿਗਾਰਡਿੰਗ ਕਨਸਟੀਟਿਊਸ਼ਨ ਜਾਂ ਫਿਰ ਕੰਸਟੀਟਿਊਐਂਟ ਅਸੈਂਬਲੀ, ਤਾਂ ਉਹਨਾਂ ਦੇ ਬਾਰੇ ਵੀ ਆਪਾਂ ਜਿਹੜੀ ਕਿ ਗੱਲ ਕਰਾਂਗੇ, ਠੀਕ ਹੈ। ਆਈ ਹੋਪ ਗਾਈਜ਼ ਤੁਸੀਂ ਰੈਡੀ ਹੋਗੇ ਤਾਂ ਆਪਾਂ ਜਿਹੜਾ ਹੈਗਾ ਆਪਣਾ ਲੈਕਚਰ ਸਟਾਰਟ ਕਰਦੇ ਹਾਂ। ਤਾਂ ਸਭ ਤੋਂ ਪਹਿਲਾਂ ਅੱਜ ਆਪਾਂ ਗੱਲ ਕਰਾਂਗੇ ਇਨੈਕਟਮੈਂਟ ਆਫ ਦਾ ਕੰਸਟੀਟਿਊਸ਼ਨ, ਠੀਕ ਹੈ। ਇਨੈਕਟਮੈਂਟ ਆਫ ਕੰਸਟੀਟਿਊਸ਼ਨ ਮਤਲਬ ਕਿ ਸੰਵਿਧਾਨ ਦਾ ਲਾਗੂ ਹੋਣਾ, ਠੀਕ ਹੈ। ਸੰਵਿਧਾਨ ਨੂੰ ਮਤਲਬ ਕਿ ਆਪਾਂ ਅਪਣਾਉਣਾ, ਉਹਨੂੰ ਇਨੈਕਟਮੈਂਟ ਕਿਹਾ ਜਾਂਦਾ, ਆਪਣੇ ਦੇਸ਼ ਦੇ ਸੰਵਿਧਾਨ ਨੂੰ ਅਪਣਾਉਣਾ, ਠੀਕ ਹੈ। ਤਾਂ ਸਭ ਤੋਂ ਪਹਿਲਾ ਪੁਆਇੰਟ ਜਿਹੜਾ ਹੈਗਾ ਉਹਦੇ ਵਿੱਚ ਦੇਖੋ ਇਨੈਕਟਮੈਂਟ ਜਦੋਂ ਹੋਈ ਨਾ, ਜਦੋਂ ਇਨੈਕਟ ਕੀਤਾ, ਜਦੋਂ ਆਪਾਂ ਆਪਦੇ ਦੇਸ਼ ਦੇ ਸੰਵਿਧਾਨ ਨੂੰ ਕੀ ਹੈ ਅਪਣਾਇਆ, ਤਾਂ ਅਪਣਾਉਣ ਤੋਂ ਪਹਿਲਾਂ ਕੀ ਹੋਇਆ ਸੀ 2-3 ਮੀਟਿੰਗਸ ਹੋਈਆਂ ਸੀ। ਉਹ ਮੀਟਿੰਗਸ ਜਿਹੜੀ ਹੈਗੀ ਸੀ ਮੀਟਿੰਗਸ ਵਿੱਚ ਕੀ ਹੈਗਾ ਸੀ ਰੀਡ ਕੀਤਾ ਗਿਆ, ਠੀਕ ਹੈ, ਆਪਣੇ ਸੰਵਿਧਾਨ ਨੂੰ ਰੀਡ ਕੀਤਾ ਗਿਆ ਵੀ ਠੀਕ ਹੈ ਵੀ ਆਹ ਚੀਜ਼ ਸਹੀ ਹੈ, ਆਪਣੇ ਸੰਵਿਧਾਨ ਦੇ ਵਿੱਚ ਆਹ ਚੀਜ਼ ਹੋਣੀ ਚਾਹੀਦੀ ਸੀ, ਆਹ ਚੀਜ਼ ਜਿਹੜੀ ਹੈਗੀ ਹੈ ਨਹੀਂ ਹੋਣੀ ਚਾਹੀਦੀ, ਇਸ ਕਰਕੇ ਉਹਨੂੰ ਅਮੈਂਡਮੈਂਟ ਦੇ ਥਰੂ ਜਾਂ ਕਿਸੇ ਵੀ ਪ੍ਰਪੋਜ਼ਲ ਦੇ ਥਰੂ ਜਿਹੜਾ ਹੈਗਾ ਉਹਨੂੰ ਕੀ ਬਾਹਰ ਕੱਢਿਆ ਗਿਆ, ਜਾਂ ਫਿਰ ਕੀ ਕਿਸੇ ਚੀਜ਼ ਨੂੰ ਇਨਕਲੂਡ ਕਰਨਾ ਤਾਂ ਉਹਨੂੰ ਇਨਕਲੂਡ ਕੀਤਾ ਗਿਆ। ਤਾਂ ਸਭ ਤੋਂ ਪਹਿਲਾ ਪੁਆਇੰਟ ਕਹਿੰਦਾ ਡਾਕਟਰ BR ਅੰਬੇਦਕਰ ਇੰਟਰੋਡਿਊਸ ਦਾ ਫਾਈਨਲ ਡਰਾਫਟ ਆਫ ਦਾ ਕੰਸਟੀਟਿਊਸ਼ਨ ਇਨ ਦਾ ਅਸੈਂਬਲੀ ਔਨ November 4, 1948। ਤਾਂ ਕੀ ਹੈ ਡਾਕਟਰ BR ਅੰਬੇਦਕਰ ਨੇ ਕੀ ਹੈ ਫਾਈਨਲ ਡਰਾਫਟ ਜਿਹੜਾ ਬਣਾ ਕੇ ਜਿਹੜਾ ਹੈਗਾ ਸੰਵਿਧਾਨ ਸਭਾ ਦੇ ਅੱਗੇ ਜਿਹੜਾ ਹੈਗਾ ਰੱਖਿਆ, ਠੀਕ ਹੈ, ਅਸੈਂਬਲੀ ਦੇ ਅੱਗੇ ਰੱਖਿਆ, ਠੀਕ ਹੈ। ਉਹ ਕਦੋਂ ਰੱਖਿਆ 4 ਨਵੰਬਰ 1948 ਨੂੰ ਰੱਖਿਆ, ਅਤੇ ਉਹਦੇ ਵਿੱਚ ਕੀ ਹੈ ਜਿਹਨੂੰ ਆਪਾਂ ਕੀ ਫਸਟ ਰੀਡਿੰਗ ਜੇ ਆਪਾਂ ਕਹਿ ਦਈਏ, ਠੀਕ ਹੈ। ਇਹਦੇ ਫਸਟ ਰੀਡਿੰਗ 'ਚ ਮਤਲਬ ਰੀਡ ਕੀਤਾ ਗਿਆ ਸੰਵਿਧਾਨ ਕਿਸ ਤਰ੍ਹਾਂ ਹੈਗਾ ਸੀ, ਠੀਕ ਹੈ, ਇਹਦੇ ਵਿੱਚ ਕੀ ਪ੍ਰੋਵੀਜ਼ਨ ਹੈਗੀਆਂ ਨੇ, ਠੀਕ ਹੈ, ਸਾਰੀ ਚੀਜ਼ ਨੂੰ ਸਟੱਡੀ ਕੀਤਾ ਗਿਆ, ਠੀਕ ਹੈ। ਉਸ ਤੋਂ ਬਾਅਦ ਸੈਕਿੰਡ ਰੀਡਿੰਗ ਜਿਹੜੀ ਹੈਗੀ ਦੂਸਰੀ ਰੀਡਿੰਗ ਜਿਹੜੀ ਹੈਗੀ ਹੈ ਉਹਦੇ ਵਿੱਚ ਜਿਹੜਾ ਹੈਗਾ ਦੂਸਰੀ ਪੜਤਾਲ ਕੀਤੀ, ਉਹਦੇ ਵਿੱਚ ਕੀ ਸੀਗੇ ਸੀ ਦਾ ਸੈਕਿੰਡ ਰੀਡਿੰਗ ਕਲੋਜ਼ ਬਾਈ ਕਲੋਜ਼, ਠੀਕ ਹੈ। ਸੈਕਿੰਡ ਰੀਡਿੰਗ ਦੇ ਵਿੱਚ ਕੀ ਸੰਵਿਧਾਨ ਨੂੰ ਕਲੋਜ਼ ਬਾਈ ਕਲੋਜ਼ ਮਤਲਬ ਕਿ ਇੱਕ ਮਤਲਬ ਕਿ ਚੀਜ਼ ਨੂੰ ਜਿਹੜਾ ਹੈਗਾ ਬਹੁਤ ਧਿਆਨ ਨਾਲ ਦੇਖਿਆ ਗਿਆ, ਹਾਂ ਆਹ ਚੀਜ਼ ਸਹੀ ਹੈ, ਇਹ ਚੀਜ਼ ਹੋਣੀ ਚਾਹੀਦੀ, ਠੀਕ ਹੈ, ਆਹ ਆਰਟੀਕਲ ਨਾਲ ਆਹ ਚੀਜ਼ ਜਿਹੜੀ ਹੋਣੀ ਚਾਹੀਦੀ ਹੈ, ਜਾਂ ਫਿਰ ਆਹ ਚੀਜ਼ ਇਨਕਲੂਡ ਕਰਨੀ ਚਾਹੀਦੀ ਹੈ, ਜਾਂ ਫਿਰ ਕਈ ਵਾਰ ਕੀ ਹੁੰਦਾ ਹੈ ਵੀ ਕੁਛ ਐਕਸਟਰਾ ਰਾਈਟਸ ਜਿਹੜੇ ਆਪਾਂ ਦੇ ਦਈਏ ਜਿਹੜੇ ਕਿ ਕਈ ਵਾਰੀ ਆਪਣੇ ਸੰਵਿਧਾਨ ਨੂੰ ਸੂਟੇਬਲ ਨਹੀਂ ਹੁੰਦੇ ਜਾਂ ਆਪਣੇ ਦੇਸ਼ ਨੂੰ ਸੂਟੇਬਲ ਨਹੀਂ ਹੁੰਦੇ, ਤਾਂ ਉਹਨਾਂ ਨੂੰ ਕੀ ਐਕਸਕਲੂਡ ਕੀਤਾ ਗਿਆ, ਠੀਕ ਹੈ। ਤਾਂ ਹੁਣ ਕੀ ਹੈ ਦ ਸੈਕਿੰਡ ਰੀਡਿੰਗ ਸਟਾਰਟਡ ਔਨ November 15, 1948 ਐਂਡ ਐਂਡਡ ਔਨ October 17, 1949। ਤਾਂ ਹੁਣ ਕੀ ਹੋਇਆ ਸੈਕਿੰਡ ਰੀਡਿੰਗ ਜਿਹੜੀ ਸਟਾਰਟ ਕਦੋਂ ਹੋਈ November 15, 1948 ਨੂੰ ਸਟਾਰਟ ਹੋਈ, ਅਤੇ ਉਹਦਾ ਜਿਹੜਾ ਹੈਗਾ ਸੈਕਿੰਡ ਰੀਡਿੰਗ ਖਤਮ ਕਦੋਂ ਹੋਈ October 17, 1949 ਨੂੰ ਖਤਮ ਹੋਈ। ਕਿਉਂ ਇੰਨਾ ਸਮਾਂ ਕਿਉਂ ਲੱਗਿਆ? ਕਿਉਂਕਿ ਸੰਵਿਧਾਨ ਪੂਰੀ ਜਾਂਚ ਨਾਲ ਪੂਰੀ ਡਿਟੇਲ ਨਾਲ ਉਹਨੂੰ ਜਿਹੜਾ ਹੈਗਾ ਸਟੱਡੀ ਕੀਤਾ ਗਿਆ, ਠੀਕ ਹੈ, ਕਲੋਜ਼ ਬਾਈ ਕਲੋਜ਼, ਠੀਕ ਹੈ, ਇੱਕ ਚੀਜ਼ ਨੂੰ ਧਿਆਨ ਨਾਲ ਪੜ੍ਹਿਆ ਗਿਆ। ਡਿਊਰਿੰਗ ਦਿਸ ਰੀਡਿੰਗ ਐਜ਼ ਮੈਨੀ ਐਜ਼ 7,653 amendments were proposed and 2,473 were actually discussed in the assembly, ਠੀਕ ਹੈ। ਹੁਣ ਕੀ ਹੋਇਆ ਜਿਹੜੇ ਟੋਟਲ ਪ੍ਰਪੋਜ਼ਲ ਜਿਹੜੇ ਅਮੈਂਡਮੈਂਟ ਜਿਹੜੀ ਪ੍ਰਪੋਜ਼ ਕੀਤੀਆਂ ਸੀ ਉਹ ਕੀਤੀਆਂ ਸੀ 7653 ਅਮੈਂਡਮੈਂਟਸ, ਠੀਕ ਹੈ, ਵੀ 7653 ਸੋਧਾਂ ਹੋਣੀਆਂ ਚਾਹੀਦੀਆਂ ਨੇ। ਪਰ ਫਿਰ ਕੀ ਉਹਨਾਂ ਜਿਹੜਾ ਉਹਨਾਂ
डिबेट हुई या फिर उन्होंने डिस्कस किया ਜਿਹੜੇ डिस्कस कीतियां संविधान ਦੇ ਰਿਗਾਰਡਿੰਗ ਅਮੈਂਡਮੈਂਟ ਸੋਧਾਂ ਨੂੰ ਉਹ ਜਾਨੀ ਕਿੰਨੀਆਂ ਡਿਸਕਸ ਕੀਤੀਆਂ ਗਈਆਂ 2473 ਨੂੰ ਕੀ ਹੈ ਆਪਾਂ ਜਿਹੜਾ ਅਸੈਂਬਲੀ ਦੇ ਵਿੱਚ ਡਿਸਕਸ ਕੀਤਾ ਤੇ ਉਹਨੂੰ ਜਿਹੜਾ ਲੈ ਕੇ ਆਂਦਾ ਗਿਆ ਠੀਕ ਹੈ। ਅੱਗੇ ਜਿਹੜੀ ਫਾਈਨਲ ਰੀਡਿੰਗ ਜਾਂ ਫਿਰ ਆਪਾਂ ਥਰਡ ਰੀਡਿੰਗ ਜਿਹੜੀ ਹੈਗੀ ਹੈ ਉਹ ਹੈਗੀ ਸੀ ਉਹ ਹੋਈ ਨਵੰਬਰ 14 1949 ਨੂੰ ਠੀਕ ਹੈ। The third reading of the draft started on November 14th 1949 Dr. B.R. Ambedkar moved the motion for constitution ठीक है। तो ਹੁਣ ਕੀ ਹੈ ਜਿਹੜਾ ਹੈਗਾ 14 ਨਵੰਬਰ 1949 ਨੂੰ ਕੀ ਹੈ ਡਾਕਟਰ ਭੀਮ ਰਾਓ ਅੰਬੇਦਕਰ ਨੇ ਫਾਈਨਲ ਰੀਡਿੰਗ ਦੇ ਵਿੱਚ ਕੀ ਕਿਹਾ ਵੀ ਹੁਣ ਜਿਹੜਾ ਹੈਗਾ ਆਪਣਾ ਸੰਵਿਧਾਨ ਪੂਰੀ ਤਰ੍ਹਾਂ ਤਿਆਰ ਹੈਗਾ ਇਹਦੇ ਵਿੱਚ ਜੋ ਸੋਧ ਕਰਨੀ ਸੀ ਉਹ ਸੋਧ ਵੀ ਆਪਾਂ ਕਰ ਲਈ ਹੈ ਠੀਕ ਹੈ। ਤਾਂ ਹੁਣ ਕੀ ਸਾਨੂੰ ਜਿਹੜਾ ਹੈਗਾ ਸੰਵਿਧਾਨ ਨੂੰ ਪਾਸ ਕਰ ਦੇਣਾ ਚਾਹੀਦਾ ਤਾਂ ਉਹਨਾਂ ਨੇ ਕੀ ਇੱਕ ਮੋਸ਼ਨ ਸਟਾਰਟ ਕੀਤਾ ਠੀਕ ਹੈ। ਮਤਲਬ ਆਪਾਂ ਕਹਿ ਦਈਏ ਨਾ ਵੀ ਹੁਣ ਜਿਹੜਾ ਹੈਗਾ ਸਟਾਰਟ ਮਤਲਬ ਫਾਈਨਲ ਰੀਡਿੰਗ ਤੋਂ ਬਾਅਦ ਆਪਾਂ ਕੀ ਕਹਿ ਦਈਏ ਵੀ ਹਾਂ ਵੀ ਹੁਣ ਜਿਹੜਾ ਹੈਗਾ ਸੰਵਿਧਾਨ ਆਪਣਾ ਪਾਸ ਇੱਕ ਬਿੱਲ ਨੂੰ ਪਾਸ ਕਰ ਦੇਣਾ ਚਾਹੀਦਾ। ਆਪਣੇ ਸੰਵਿਧਾਨ ਨੂੰ ਪਾਸ ਕਰਨ ਵਾਸਤੇ ਡਾਕਟਰ ਭੀਮ ਰਾਓ ਅੰਬੇਦਕਰ ਨੇ ਫਸਟ ਟਾਈਮ ਕਿਹਾ। The motion on draft constitution was declared as passed on November 26, 1949 and signatures of the members and the president ਠੀਕ ਹੈ। ਤਾਂ ਹੁਣ ਕੀ ਹੈ 26 ਨਵੰਬਰ 1949 ਨੂੰ ਕੀ ਹੈ ਸੰਵਿਧਾਨ ਨੂੰ ਪੂਰੀ ਤਰ੍ਹਾਂ ਵੀ ਪਾਰਿਤ ਕਰ ਦਿੱਤਾ ਗਿਆ ਵੀ ਸਾਡਾ ਸੰਵਿਧਾਨ ਸਹੀ ਹੈ ਹੁਣ ਸਾਡਾ ਸੰਵਿਧਾਨ ਪੂਰੀ ਤਰ੍ਹਾਂ ਬਣ ਕੇ ਤਿਆਰ ਹੈ ਠੀਕ ਹੈ। ਤਾਂ ਹੁਣ ਜਿਹੜੇ ਹੈਗੇ ਸੀ ਇਹਦੇ ਜਦੋਂ ਇਸ ਚੀਜ਼ ਨੂੰ ਆਪਾਂ ਕੀ ਅਡੋਪਟ ਕੀਤਾ ਆਪਾਂ ਕੀ ਇਨੈਕਟ ਕੀਤਾ ਲਾਗੂ ਕਰਨ ਦੇ ਵਾਸਤੇ ਇਨੈਕਟ ਉੱਥੋਂ ਪਹਿਲਾਂ ਆਪਾਂ ਕੀ ਇਹਨੂੰ ਅਪਣਾਇਆ ਤਾਂ ਅਪਣਾਇਆ ਗਿਆ ਜਦੋਂ ਤਾਂ ਉਦੋਂ ਕੀ ਹੈਗਾ ਸੀ ਸਿਗਨੇਚਰ ਚਾਹੀਦੀ ਹੈਗੀ ਸੀ ਮਤਲਬ ਜਿਹੜੇ ਵੀ ਸਾਰੇ ਮੈਂਬਰਸ ਹੈਗੇ ਸੀ ਨਾ ਉਹਨਾਂ ਦਾ ਆਪਣ ਕੀ ਐਸੈਂਟ ਚਾਹੀਦੀ ਹੁੰਦੀ ਵੀ ਹਾਂ ਅਸੀਂ ਜਿਹੜੇ ਹੈਗੇ ਸੰਵਿਧਾਨ ਬਣਾਇਆ ਅਤੇ ਅਸੀਂ ਜਿਹੜੇ ਹੈਗੇ ਇਹ ਸੰਵਿਧਾਨ ਨੂੰ ਆਪਦੇ ਦੇਸ਼ ਲਈ ਸਹੀ ਮੰਨਦੇ ਹਾਂ ਠੀਕ ਹੈ। ਅਤੇ ਅਸੀਂ ਇਹਨੂੰ ਕਿਹਾ ਅਸੀਂ ਦੇਸ਼ ਦੇ ਵਿੱਚ ਲਾਗੂ ਕਰਨ ਲਈ ਤਿਆਰ ਹੈ ਠੀਕ ਹੈ ਅਸੀਂ ਅਪਣਾਉਣ ਨੂੰ ਤਿਆਰ ਹੈ। ਤਾਂ ਇਹ ਜਿਹੜੇ ਰਿਪਰੈਜ਼ੈਂਟੇਟਿਵ ਹੈਗੇ ਸੀ ਜਿਹੜੇ ਸਾਰੇ ਮੈਂਬਰ ਹੈਗੇ ਸੀ ਕੀ ਸੀ ਪੂਰੇ ਦੇਸ਼ ਨੂੰ ਰਿਪਰੈਜ਼ੈਂਟ ਕਰਦੇ ਸੀ ਕਿਉਂਕਿ 10 ਮਿਲੀਅਨ 10 ਲੱਖ 1 ਮਿਲੀਅਨ ਤੇ ਪਿੱਛੇ ਪੋਪੂਲੇਸ਼ਨ ਪਿੱਛੇ ਇੱਕ ਸੀਟ ਹੈਗੀ ਸੀ ਅਤੇ ਇੱਕ ਸੀਟ ਦੇ ਜਿਹੜੇ ਹੈਗੇ ਸੀ ਉਹ ਸਾਰੇ ਕੀ ਜਿਹੜੇ ਹੈਗੇ ਸਾਰੇ ਪੋਪੂਲੇਸ਼ਨ ਇਸ ਤਰ੍ਹਾਂ ਕੀ ਰਿਪਰੈਜ਼ੈਂਟ ਕਰਦੇ ਸੀ ਠੀਕ ਹੈ। ਆਈ ਹੋਪ ਗਾਈਜ਼ ਤੁਹਾਨੂੰ ਇਹਨਾਂ ਸਮਝ ਲੱਗ ਗਿਆ ਹੋਏਗਾ। ਅੱਗੇ ਗੱਲ ਕਰਦੇ ਹਾਂ ਜਿਹੜਾ ਨੈਕਸਟ ਇੰਪੋਰਟੈਂਟ ਪੁਆਇੰਟ ਹੈਗਾ ਉਹ ਗੱਲ ਕਰਦਾ ਹੈ ਆਊਟ ਆਫ ਅ ਟੋਟਲ 299 ਮੈਂਬਰਸ ਆਫ ਦ ਅਸੈਂਬਲੀ only 284 were actually present in the assembly on that day and signed the constitution ਤਾਂ ਹੁਣ ਟੋਟਲ ਜਿਹੜੇ ਮੈਂਬਰ ਹੈਗੇ ਸੀ ਟੋਟਲ ਸਟਰੈਂਥ ਕਿੰਨੀ ਹੈਗੀ ਸੀ 299 ਹੁਣ 299 ਮੈਂਬਰਸ ਦੇ ਵਿੱਚੋਂ ਜਿਹੜੇ ਮੈਂਬਰਸ ਪ੍ਰੈਜ਼ੈਂਟ ਹੈਗੇ ਸੀ ਉਸ ਦਿਨ ਉਹ 26 ਨਵੰਬਰ 1949 ਨੂੰ ਉਹ ਜਿਹੜੇ ਮੈਂਬਰ ਹੈਗੇ ਸੀ 284 ਹੈਗੇ ਸੀ ਠੀਕ ਹੈ। ਤਾਂ 284 ਮੈਂਬਰਸ ਨੇ ਕੀ ਜਿਹੜਾ ਹੈਗਾ ਉਹ ਆਪਣੇ ਸੰਵਿਧਾਨ ਦੇ ਉੱਤੇ ਸਾਈਨ ਕੀਤਾ ਵੀ ਹਾਂ ਅਸੀਂ ਜਿਹੜਾ ਹੈਗਾ ਇਹ ਸੰਵਿਧਾਨ ਨੂੰ ਆਪਣੇ ਦੇਸ਼ ਦੇ ਵਿੱਚ ਅਪਣਾਉਣੇ ਆ ਅਤੇ ਇਹਨੂੰ ਅੱਗੇ ਫਿਊਚਰ ਦੇ ਵਿੱਚ ਅਸੀਂ ਇਹਨੂੰ ਲਾਗੂ ਵੀ ਕਰਾਂਗੇ ਠੀਕ ਹੈ। ਤਾਂ ਆਈ ਹੋਪ ਗਾਈਜ਼ ਤੁਹਾਨੂੰ ਇਹਨਾਂ ਸਮਝ ਲੱਗ ਗਿਆ ਹੋਏਗਾ। ਅੱਗੇ ਆਪਾਂ ਨੈਕਸਟ ਜਿਹੜੀ ਇੰਪੋਰਟੈਂਟ ਗੱਲ ਹੈਗੀ ਹੈ ਉਹ ਆਪਾਂ ਪੜ੍ਹਦੇ ਹਾਂ ਦ ਕੰਸਟੀਟਿਊਸ਼ਨ ਐਜ਼ ਅਡੋਪਟਡ ਔਨ ਨਵੰਬਰ 26, 1949 contained a preamble 395 articles and 8 schedules. The preamble was enacted after the entire constitution already enacted. ਤਾਂ ਹੁਣ ਕੀ ਕੀਤਾ ਗਿਆ ਮਤਲਬ ਕਿ ਜਦੋਂ ਕੀ ਹੈ ਸੰਵਿਧਾਨ ਨੂੰ ਅਡੋਪਟ ਕੀਤਾ ਗਿਆ ਜਦੋਂ ਸੰਵਿਧਾਨ ਨੂੰ ਆਪਾਂ ਗੋਦ ਲਿਆ ਗੋਦ ਦਾ ਮਤਲਬ ਅਡੋਪਟ ਕਰਨਾ ਮਤਲਬ ਕਿ ਉਹਨੂੰ ਆਦੇ ਵਾਸਤੇ ਵੀ ਇੱਕ ਅਪਣਾ ਲੈਣਾ ਅਪਣਾਇਆ ਜਦੋਂ ਤਾਂ ਉਦੋਂ ਉਸ 26 ਨਵੰਬਰ 1949 ਨੂੰ ਤਾਂ ਉਦੋਂ ਆਪਣੇ ਸੰਵਿਧਾਨ ਦੇ ਵਿੱਚ ਕੀ ਚੀਜ਼ਾਂ ਹੈਗੇ ਸੀ ਪ੍ਰੀਐਂਬਲ ਜਿਹਨੂੰ ਆਪਾਂ ਪ੍ਰਸਤਾਵਨਾ ਕਹਿ ਦਈਏ ਸੰਵਿਧਾਨ ਦੇ ਵਿੱਚ ਇੱਕ ਪ੍ਰਸਤਾਵਨਾ ਹੈਗੀ ਸੀ 395 ਆਰਟੀਕਲ ਹੈਗੇ ਸੀ ਅਤੇ 8 ਅਨੁਸੂਚੀਆਂ ਹੈਗੀਆਂ ਸੀ ਠੀਕ ਹੈ 8 ਅਨੁਸੂਚੀਆਂ ਹੈਗੀਆਂ ਸੀ ਇਹ ਧਿਆਨ ਰੱਖਣਾ ਤੁਸੀਂ। ਅਤੇ ਪ੍ਰੀਐਂਬਲ ਨੂੰ ਜਦੋਂ ਇਨੈਕਟ ਕੀਤਾ ਗਿਆ ਲਾਗੂ ਕੀਤਾ ਗਿਆ ਉਹ ਕਦੋਂ ਕੀਤਾ ਗਿਆ ਜਦੋਂ ਪੂਰੀ ਤਰ੍ਹਾਂ ਆਪਣਾ ਸੰਵਿਧਾਨ ਬਣ ਗਿਆ ਤਾਂ ਉਹਨੂੰ ਕੀ ਜਿਹੜਾ ਹੈਗਾ ਆਪਣੇ ਦੇਸ਼ 'ਤੇ ਲਾਗੂ ਕੀਤਾ ਗਿਆ ਉਸ ਤੋਂ ਬਾਅਦ ਜਿਹੜਾ ਹੈਗਾ ਪ੍ਰੀਐਂਬਲ ਨੂੰ ਵੀ ਕੀ ਜਿਹੜਾ ਹੈਗਾ ਲਾਗੂ ਕਰ ਦਿੱਤਾ ਗਿਆ ਪੂਰੇ ਦੇਸ਼ 'ਤੇ ਠੀਕ ਹੈ। ਅਤੇ ਡਾਕਟਰ ਭੀਮ ਰਾਓ ਅੰਬੇਦਕਰ ਨੂੰ ਇਸ ਰੀਡਿੰਗਸ ਦੇ ਵਿੱਚ ਜਦੋਂ ਫਾਈਨਲ ਰੀਡਿੰਗ ਹੋਈ ਤਾਂ ਆਪਾਂ ਜਿਹੜਾ ਹੈਗਾ ਆਪਣੇ ਦੇਸ਼ ਦੇ ਸੰਵਿਧਾਨ ਨੂੰ ਅਪਣਾਇਆ ਤਾਂ ਉਸ ਮੀਟਿੰਗ ਦੇ ਵਿੱਚ ਜਿਹੜਾ ਲਾਸਟ ਫਾਈਨਲ ਮੀਟਿੰਗ ਦੇ ਵਿੱਚ ਜਿਹੜਾ ਡਾਕਟਰ ਭੀਮ ਰਾਓ ਅੰਬੇਦਕਰ ਨੂੰ ਮਾਡਰਨ ਮਨੂ ਦੇ ਨਾਮ ਨਾਲ ਜਾਣਿਆ ਗਿਆ ਕਿਉਂ ਉਹਨਾਂ ਨੇ ਇੰਨੇ ਜਿਹੜੇ ਕੰਮ ਕੀਤੇ ਗਏ ਸਾਰੇ ਦੇ ਸਾਰੇ ਕੰਮ ਜਿਵੇਂ ਕਿ ਸ਼ੈਡਿਊਲ ਕਾਸਟ ਵਾਸਤੇ ਉਹਨਾਂ ਨੇ ਜਿਹੜੇ ਹੈਗੇ ਐਪਰੋਪ੍ਰੀਏਟ ਕਾਨੂੰਨ ਬਣਾਏ ਠੀਕ ਹੈ ਅਤੇ ਹੋਰ ਵੀ ਕਈ ਜਿਹੜੇ ਕੰਮ ਉਹਨਾਂ ਨੇ ਕੀਤੇ। ਆਈ ਹੋਪ ਗਾਈਜ਼ ਤੁਹਾਨੂੰ ਇਹਨਾਂ ਸਮਝ ਲੱਗ ਗਿਆ ਹੋਏਗਾ। ਤਾਂ ਆਪਾਂ ਜਿਹੜਾ ਹੈਗਾ ਅੱਗੇ ਨੈਕਸਟ ਗੱਲ ਕਰਦੇ ਹੈਗੇ ਤਾਂ ਨੈਕਸਟ ਆਪਾਂ ਪੜ੍ਹਾਂਗੇ ਜਿਹੜਾ ਹੈਗਾ ਵਾਈ 26 ਜਨਵਰੀ ਠੀਕ ਹੈ ਚੂਜ਼ ਫॉर ਐਨਫੋਰਸਮੈਂਟ ਆਫ ਦਾ ਕੰਸਟੀਟਿਊਸ਼ਨ ਠੀਕ ਹੈ। ਹੁਣ ਮਤਲਬ ਕੀ ਹੁੰਦਾ ਹੈਗਾ ਵੀ ਕਿਉਂ ਜਿਹੜਾ ਹੈਗਾ 26 ਜਨਵਰੀ ਨੂੰ ਹੀ ਕੀ ਜਿਹੜਾ ਹੈਗਾ ਸੰਵਿਧਾਨ ਨੂੰ ਲਾਗੂ ਕਰਨ ਦਾ ਦਿਨ ਹੀ ਚੁਣਿਆ ਗਿਆ ਇਸ ਤੋਂ ਪਹਿਲਾਂ ਕਿਉਂ ਨਹੀਂ ਕਰਿਆ ਗਿਆ ਹਾਲਾਂਕਿ ਕੀ ਹੈਗਾ ਸੀ ਆਪਣਾ ਸੰਵਿਧਾਨ ਬਣ ਕੇ ਕਦੋਂ ਤਿਆਰ ਹੋ ਗਿਆ ਆਪਣਾ ਸੰਵਿਧਾਨ ਬਣ ਕੇ ਤਿਆਰ ਹੋ ਗਿਆ ਕਿੰਨਾ ਟਾਈਮ ਪਹਿਲਾਂ 26 ਨਵੰਬਰ 1949 ਨੂੰ ਆਪਣਾ ਸੰਵਿਧਾਨ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਗਿਆ ਪਰ ਕਿਉਂ 26 ਜਨਵਰੀ ਨੂੰ ਹੀ ਕਿਉਂ ਜਿਹੜਾ ਹੈਗਾ ਸੰਵਿਧਾਨ ਨੂੰ ਜਿਹੜਾ ਹੈਗਾ ਲਾਗੂ ਕੀਤਾ ਗਿਆ ਇਹਦੇ ਪਿੱਛੇ ਕਾਰਨ ਸੀ ਆਪਾਂ ਕਾਰਨ ਜਾਣਦੇ ਹਾਂ। ਤਾਂ ਕੀ ਹੈਗਾ ਸੀ ਲਾਹੌਰ ਸੈਸ਼ਨ ਹੈਗਾ ਸੀ ਦਸੰਬਰ 1929 ਦੇ ਵਿੱਚ ਠੀਕ ਹੈ। ਇਟ ਵਾਜ਼ ਔਨ ਦਿਸ ਡੇ in 1930 that ਪੂਰਨ ਸਵਰਾਜ ਡੇ ਵਾਜ਼ ਸੈਲੀਬ੍ਰੇਟਡ ਠੀਕ ਹੈ
26 ਜਨਵਰੀ 1930 ਦੇ ਵਿੱਚ ਜਦੋਂ ਕਿ ਫਸਟ ਟਾਈਮ ਕੀ ਪੂਰਨ ਸਵਰਾਜ ਦੀ ਆਵਾਜ਼ ਉਠਾਈ ਸੀ ਤਾਂ ਆਪਾਂ ਨੂੰ ਕੀ ਹੈ ਵੀ ਪੂਰਨ ਸਵਰਾਜ ਦੇਣ ਦਾ ਆਪਾਂ ਨੂੰ ਕੀ ਜਿਹੜਾ ਹੈਗਾ ਆਪਾਂ ਨੂੰ ਦਿੱਤਾ ਗਿਆ, ਠੀਕ ਹੈ, ਪ੍ਰਸਤਾਵ ਮਤਲਬ ਦਿੱਤਾ ਗਿਆ, ਉਹਨਾਂ ਨੇ ਅਪਰੂਵਲ ਦਿੱਤਾ ਵੀ ਠੀਕ ਹੈ ਤੁਹਾਨੂੰ ਜਿਹੜਾ ਹੈਗਾ ਪੂਰਨ ਸਵਰਾਜ ਮਤਲਬ ਪੂਰੀ ਤਰ੍ਹਾਂ ਆਜ਼ਾਦੀ ਤੁਹਾਨੂੰ ਦੇ ਦੇਵਾਂਗੇ, ਬ੍ਰਿਟਿਸ਼ਰਸ ਨੇ ਕਿਹਾ ਸੀ ਉਸ ਟਾਈਮ, ਠੀਕ ਹੈ 1930 ਦੇ ਵਿੱਚ। ਫੋਲੋਇੰਗ ਦ ਰੈਜ਼ੋਲੂਸ਼ਨ ਆਫ ਦ ਲਾਹੌਰ ਸੈਸ਼ਨ ਆਫ INC ਇੰਡੀਅਨ ਨੈਸ਼ਨਲ ਕਾਂਗਰਸ, ਇੰਡੀਅਨ ਨੈਸ਼ਨਲ ਕਾਂਗਰਸ ਦਾ ਜਿਹੜਾ ਹੈਗਾ ਸੀ ਨਾ ਇੱਕ ਆਪਣਾ ਕੀ ਹੈ ਲਾਹੌਰ ਸੈਸ਼ਨ ਹੈਗਾ, ਸੋ ਲਾਹੌਰ ਸੈਸ਼ਨ ਦੇ ਵਿੱਚ ਕੀ ਹੈਗਾ ਸੀ ਪੂਰਨ ਸਵਰਾਜ ਦੀ ਮੰਗ ਨੂੰ ਜਿਹੜਾ ਹੈਗਾ ਪਾਰਿਤ ਕੀਤਾ ਗਿਆ। ਅਤੇ ਇਸ ਦਿਨ ਨੂੰ ਇਹ ਜੇ ਹੈਗਾ ਸੀ 26 ਜਨਵਰੀ ਹੈਗਾ ਸੀ, ਤਾਂ ਆਪਾਂ ਕੀ ਉਸ ਟਾਈਮ ਸੋਚਿਆ ਸੀ ਵੀ ਆਪਣੇ ਦੇਸ਼ ਦੇ ਲੀਡਰਸ ਨੇ ਆਪਣੇ ਦੇਸ਼ ਦੇ ਫਰੀडम ਫਾਈਟਰਸ ਨੇ ਇਹ ਸੋਚਿਆ ਸੀ ਵੀ ਆਪਾਂ ਕੀ ਇਹ ਜਿਹੜਾ ਆਜ਼ਾਦ ਹੋਵਾਂਗੇ ਤਾਂ ਆਪਾਂ ਕੀ 26 ਜਨਵਰੀ ਨੂੰ ਹੀ ਆਜ਼ਾਦ ਹੋਵਾਂਗੇ, ਠੀਕ ਹੈ, ਆਪਣਾ ਆਜ਼ਾਦੀ ਦਿਵਸ ਮਨਾਵਾਂਗੇ। ਪਰ ਆਪਾਂ ਨੂੰ ਕੀ ਹੈਗਾ ਫੋਰਚੂਨੇਟਲੀ ਆਪਾਂ ਕੀ ਹੈ ਕਿਸਮਤ ਨਾਲ ਆਪਾਂ ਨੂੰ ਕੀ ਆਜ਼ਾਦੀ ਪਹਿਲਾਂ ਮਿਲ ਗਈ, ਤਾਂ ਆਪਾਂ ਕੀ ਸੋਚਿਆ ਚਲ ਠੀਕ ਹੈ ਆਜ਼ਾਦੀ ਆਪਾਂ ਜਿਹੜੇ ਹੈਗੇ ਆਪਾਂ ਨੂੰ 15 ਅਗਸਤ ਮਿਲ ਗਈ, ਠੀਕ ਹੈ। ਪਰ ਜਦੋਂ ਆਪਾਂ ਸੰਵਿਧਾਨ ਹੋਣ ਜਿਹੜਾ ਹੈਗਾ ਇੱਕ ਮੇਨ ਜਿਹੜਾ ਆਪਾਂ ਇੱਕ ਹੋਰ ਕੰਮ ਕਰਨਾ ਇਸ ਦਿਨ ਨੂੰ ਉਹ ਆਪਾਂ ਇਹ ਕਰਾਂਗੇ ਯਾਦਗਾਰ ਬਣਾਉਣ ਨੂੰ, ਇਸ ਦਿਨ ਨੂੰ ਯਾਦਗਾਰ ਬਣਾਉਣ ਵਾਸਤੇ ਪੂਰੇ ਦੇਸ਼ ਵਿੱਚ ਆਪਾਂ ਕੀ ਕਰਾਂਗੇ ਜਿਹੜਾ ਸੰਵਿਧਾਨ ਹੈਗਾ ਉਹਨੂੰ ਕਿ ਆਪਾਂ 26 ਜਨਵਰੀ ਨੂੰ ਕੀ ਲਾਗੂ ਕਰਾਂਗੇ। ਤਾਂ ਆਈ ਹੋਪ ਗਾਇਸ ਤੁਹਾਨੂੰ ਸਮਝ ਲੱਗ ਗਿਆ ਹੋਵੇਗੀ 26 ਜਨਵਰੀ ਦਿਨ ਨੂੰ ਹੀ ਕਿਉਂ ਜਿਹੜਾ ਚੁਣਿਆ ਗਿਆ ਸੀ ਐਜ਼ ਆ ਰਿਪਬਲਿਕ ਡੇ, ਠੀਕ ਹੈ। ਤਾਂ ਇਹ ਇਹਦੇ ਪਿੱਛੇ ਕਾਰਨ ਹੈਗਾ ਸੀ, ਤਾਂ ਤੁਹਾਨੂੰ ਇਹ ਪਤਾ ਲੱਗ ਗਿਆ ਹੋਏਗਾ। ਤਾਂ ਅੱਗੇ ਆਪਾਂ ਜਿਹੜਾ ਹੈਗਾ ਨੈਕਸਟ ਗੱਲ ਕਰਦੇ ਹੈਗੇ, ਤਾਂ ਨੈਕਸਟ ਆਪਾਂ ਅੱਗੇ ਇੱਕ ਐਕਸਪਰਟ ਕਮੇਟੀ ਹੈਗੀ ਸੀ ਇੰਡੀਅਨ ਨੈਸ਼ਨਲ ਕਾਂਗਰਸ ਦੀ, ਠੀਕ ਹੈ। ਜਦੋਂ ਆਪਣੇ ਕੀ ਹੈ ਕੌਂਸਟੀਟਿਊਐਂਟ ਅਸੈਂਬਲੀ ਬਣੀ ਸੀ, ਤਾਂ ਕੌਂਸਟੀਟਿਊਐਂਟ ਅਸੈਂਬਲੀ ਬਣਨ ਤੋਂ ਬਾਅਦ ਜਿਹੜੇ ਹੈਗੀ ਸੀ ਇਹ ਕਮੇਟੀ ਨੂੰ ਬਣਾਇਆ ਗਿਆ। ਇਹਦਾ ਕੰਮ ਕੀ ਸੀ ਇਹਦੇ ਬਾਰੇ ਥੋੜ੍ਹਾ ਬਹੁਤਾ ਆਪਾਂ ਜਾਣ ਲੈਂਦੇ ਹਾਂ। ਵੈਸੇ ਡਰਾਫਟਿੰਗ ਕਮੇਟੀ ਜਿਹੜੀ ਹੈਗੀ ਸਭ ਤੋਂ ਇੰਪੋਰਟੈਂਟ ਹੈਗੀ, ਠੀਕ ਹੈ। ਵਾਈਲ ਦਾ ਇਹਦੇ ਬਾਰੇ ਆਪਾਂ ਪੜ੍ਹਦੇ ਹਾਂ। ਵਾਈਲ ਦਾ ਇਲੈਕਸ਼ਨਸ ਆਫ ਦਾ ਕੰਸਟੀਟਿਊਐਂਟ ਅਸੈਂਬਲੀ ਵਾਜ਼ ਸਟਿਲ ਇਨ ਦਾ ਪ੍ਰੋਗਰੈਸ ਔਨ ਜੁਲਾਈ 8 1946 ਦ ਕਾਂਗਰਸ ਪਾਰਟੀ ਜਿਹਨੂੰ ਆਪਾਂ ਕੀ ਇੰਡੀਅਨ ਨੈਸ਼ਨਲ ਕਾਂਗਰਸ ਕਹਿ ਦਈਏ appointed as the experts committee for the purpose of preparing material for the constituent assembly, ਠੀਕ ਹੈ। ਹੁਣ ਕੀ ਹੈਗਾ ਸੀ ਜਦੋਂ ਕੀ ਹੈ ਆਪਣੇ ਅਜੇ ਇਲੈਕਸ਼ਨਸ ਵੀ ਨਹੀਂ ਹੋਏ ਸੀ, ਹਜੇ ਇਲੈਕਸ਼ਨਸ ਵੀ ਪ੍ਰੋਗਰੈਸ ਦੇ ਵਿੱਚ ਹੈਗੇ ਸੀ, ਠੀਕ ਹੈ। ਜਦੋਂ ਆਪਣੇ ਕੀ ਇਲੈਕਸ਼ਨਸ ਵੀ ਅਜੇ ਪ੍ਰੋਗਰੈਸ ਦੇ ਵਿੱਚ ਹੈਗੇ ਸੀ, ਤਾਂ 8 ਜੁਲਾਈ 1946 ਦੇ ਵਿੱਚ ਕੀ ਹੈਗਾ ਇੰਡੀਅਨ ਨੈਸ਼ਨਲ ਕਾਂਗਰਸ ਨੇ ਕੀ ਕੀਤਾ ਇੱਕ ਐਕਸਪਰਟ ਕਮੇਟੀ ਬਣਾਈ, ਠੀਕ ਹੈ। ਐਕਸਪਰਟ ਕਮੇਟੀ ਕਿਉਂ ਬਣਾਈ ਇਹਦੇ ਪਿੱਛੇ ਕਾਰਨ ਕੀ ਸੀ ਵੀ ਕੀ ਹੈ ਵੀ ਹੁਣ ਕੰਸਟੀਟਿਊਐਂਟ ਅਸੈਂਬਲੀ ਜਿਹੜੀ ਹੈਗੀ ਹੈ ਉਹਦਾ ਕੰਮ ਮੇਨ ਕੰਮ ਕੀ ਹੈ ਸੰਵਿਧਾਨ ਬਣਾਉਣਾ। ਹੁਣ ਸੰਵਿਧਾਨ ਵਾਸਤੇ ਮਟੀਰੀਅਲ ਇਕੱਠਾ ਕਰਨ ਲਈ ਕੀ ਇੱਕ ਕਮੇਟੀ ਬਣਾਈ ਗਈ, ਠੀਕ ਹੈ, ਜਿਹਦੇ ਵਿੱਚ ਕਿ 8 ਮੈਂਬਰਸ ਹੈਗੇ ਸੀ, ਜਿਨ੍ਹਾਂ ਦੇ ਚੇਅਰਮੈਨ ਹੈਗੇ ਸੀ ਉਹ ਹੈਗੇ ਸੀ ਜਵਾਹਰ ਲਾਲ ਨਹਿਰੂ ਜੀ, ਠੀਕ ਹੈ। ਜਵਾਹਰ ਲਾਲ ਨਹਿਰੂ ਜੀ ਕੀ ਹੈਗੇ ਸੀ ਇਸ ਕਮੇਟੀ ਦੇ ਚੇਅਰਮੈਨ ਹੈਗੇ ਸੀ। MSF ਅਲੀ ਜਿਹੜੇ ਹੈਗੇ ਸੈਕਿੰਡ ਮੈਂਬਰ ਹੈਗੇ ਸੀ। KM ਮੁਨਸ਼ੀ, N ਗੋਪਾਲ ਸਵਾਮੀ ਅਈਅਰ, KT ਸ਼ਾਹ, DR ਗਡਗਿਲ, ਠੀਕ ਹੈ, ਹੁਮਾਯੂੰ ਕਬੀਰ ਅਤੇ K ਸਨਾਤਨ, ਠੀਕ ਹੈ, K ਸਨਾਤਨ, ਠੀਕ ਹੈ। ਜਿਹੜੇ ਹੈਗੇ ਟੋਟਲ 8 ਮੈਂਬਰਸ ਹੈਗੇ ਸੀ। ਤੁਸੀਂ ਧਿਆਨ ਰੱਖਣਾ ਇਹਨਾਂ ਨੂੰ, ਤੁਸੀਂ ਥੋੜ੍ਹਾ ਬਹੁਤਾ ਯਾਦ ਕਰ ਲੈਣਾ, ਬਟ ਤੁਸੀਂ ਮੇਨ ਜਿਹੜੇ ਐਕਸਪਰਟ ਕਮੇਟੀ ਦੇ ਇਹ ਮੈਂਬਰਸ ਯਾਦ ਰੱਖਣੇ ਜਵਾਹਰ ਲਾਲ ਨਹਿਰੂ ਜੀ, N ਗੋਪਾਲ ਸਵਾਮੀ ਅਈਅਰ, ਠੀਕ ਹੈ, KM ਮੁਨਸ਼ੀ, ਅਤੇ ਇੱਕ ਜਿਹੜਾ ਯਾਦ ਕਰਨਾ ਉਹ ਹੈਗਾ MSF ਅਲੀ, ਠੀਕ ਹੈ। ਅਤੇ N ਗੋਪਾਲ ਸਵਾਮੀ ਅਈਅਰ ਕੀ ਤੁਹਾਨੂੰ ਯਾਦ ਹੋਏਗਾ ਆਪਾਂ ਲਾਸਟ ਕਲਾਸ ਕੱਲ੍ਹ ਦੀ ਕਲਾਸ ਦੇ ਵਿੱਚ ਆਪਾਂ ਪੜ੍ਹਿਆ ਸੀ ਡਰਾਫਟਿੰਗ ਕਮੇਟੀ ਦੇ ਵਿੱਚ ਵੀ ਜਿਹੜੇ ਹੈਗੇ ਸੀ ਮੈਂਬਰ ਹੈਗੇ ਸੀ। ਇਹ ਤੁਸੀਂ ਧਿਆਨ ਰੱਖਣਾ, ਠੀਕ ਹੈ। ਇਹ ਜਿਹੜੇ ਹੈਗੇ ਸੇਮ ਉੱਥੋਂ ਦੇ ਹੈਗੇ ਨੇ, ਠੀਕ ਹੈ। ਅੱਗੇ ਗੱਲ ਕਰਦੇ ਹਾਂ ਹੁਣ ਕੁਛ ਇੰਪੋਰਟੈਂਟ ਫੈਕਟਸ ਬਾਰੇ, ਠੀਕ ਹੈ। ਕੁਛ ਇੰਪੋਰਟੈਂਟ ਫੈਕਟਸ ਦੀ ਆਪਾਂ ਗੱਲ ਕਰਦੇ ਹੈਗੇ ਆਪਣੇ ਸੰਵਿਧਾਨ ਦੇ ਕੁਛ ਇੰਪੋਰਟੈਂਟ ਫੈਕਟਸ। ਤਾਂ ਸਭ ਤੋਂ ਪਹਿਲਾਂ ਕੀ ਹੈਗਾ ਸੀ ਜਦੋਂ ਕੰਸਟੀਟਿਊਐਂਟ ਅਸੈਂਬਲੀ ਬਣਾਈ ਗਈ, ਅਤੇ ਕੰਸਟੀਟਿਊਐਂਟ ਅਸੈਂਬਲੀ ਦੇ ਜਿਹੜਾ ਹੈਗਾ ਸੀ ਸਿੰਬਲ ਹੈਗਾ ਸੀ ਉਹ ਕੀ ਹੈਗਾ ਸੀ ਉਹਦੇ ਬਾਰੇ ਆਪਾਂ ਗੱਲ ਕਰਦੇ। ਜਿਵੇਂ ਕੀ ਹੈ ਆਪਣੇ ਥੰਬਨੇਲ 'ਤੇ ਆਪਾਂ ਕੀ ਇੱਕ ਸਟੈਂਪ ਲਗਾਈ ਹੋਈ ਨਾ, ਜਿਵੇਂ ਅੱਜ ਦੇ ਥੰਬਨੇਲ 'ਤੇ ਕੀ ਹੈ ਸਟੈਂਪ ਦੇ ਉੱਪਰ ਆਪਾਂ ਡਾਕਟਰ ਭੀਮ ਰਾਓ ਅੰਬੇਦਕਰ ਨੂੰ ਵੀ ਆਪਾਂ ਉੱਪਰ ਥੋੜ੍ਹੀ ਉਹਦੀ ਪਿਕਚਰ ਲਗਾਈ ਹੋਈ, ਠੀਕ ਹੈ, ਪਿਕ ਲਗਾਈ। ਤਾਂ ਤੁਸੀਂ ਧਿਆਨ ਨਾਲ ਦੇਖਣਾ ਜਿਹੜੇ ਆਪਣੀ ਸਟੈਂਪ ਲੱਗੀ ਹੋਈ ਸਟੈਂਪ ਕੀ ਹੁੰਦੀ ਕਿ ਕੰਸਟੀਟਿਊਐਂਟ ਅਸੈਂਬਲੀ ਦੇਗੀ ਹੈ ਉਸ ਟਾਈਮ ਦੀ, ਠੀਕ ਹੈ, 1946 ਦੇ ਨਵੰਬਰ 1946 ਦੇ ਵਿੱਚ ਜਿਹੜੀ ਬਣੀ ਸੀ। ਤਾਂ ਸਭ ਤੋਂ ਪਹਿਲਾ ਫੈਕਟ ਹੈਗਾ ਐਲੀਫੈਂਟ ਵਾਜ਼ ਅਡੋਪਟਡ ਐਜ਼ ਦ ਸਿੰਬਲ ਆਫ ਦ ਕੰਸਟੀਟਿਊਐਂਟ ਅਸੈਂਬਲੀ, ਜਾਂ ਸਿੰਬਲ ਜਾਂ ਸੀਲ ਆਪਾਂ ਕਹਿ ਦਈਏ। ਤਾਂ ਐਲੀਫੈਂਟ ਜਿਹੜਾ ਹਾਥੀ ਹੈਗਾ ਸੀ ਉਹ ਕੀ ਹੈਗਾ ਸੀ ਆਪਣੀ ਕੰਸਟੀਟਿਊਐਂਟ ਅਸੈਂਬਲੀ ਦਾ ਜਿਹੜਾ ਸਿੰਬਲ ਹੈਗਾ ਸੀ। ਸੈਕਿੰਡ ਗੱਲ ਕਰਦੇ ਹਾਂ, ਸੈਕਿੰਡ ਦੇ ਵਿੱਚ ਕੀ ਹੈਗਾ HVR ਅਈਅੰਗਰ ਵਾਜ਼ ਦਾ ਸੈਕਰਟਰੀ ਆਫ ਦਾ ਕੰਸਟੀਟਿਊਐਂਟ ਅਸੈਂਬਲੀ, ਠੀਕ ਹੈ। CA ਦਾ ਮਤਲਬ ਇਹ ਹੈਗਾ ਕੰਸਟੀਟਿਊਐਂਟ ਅਸੈਂਬਲੀ ਸੰਵਿਧਾਨ ਸਭਾ। HVR ਅਈਅੰਗਰ ਕੀ ਹੈਗੇ ਸੀ ਸੈਕਰਟਰੀ ਹੈਗੇ ਸੀ, ਠੀਕ ਹੈ, ਕੰਸਟੀਟਿਊਐਂਟ ਅਸੈਂਬਲੀ ਦੇ ਸੈਕਟਰੀ ਮਤਲਬ ਕਿ ਸਾਰੇ ਜਿਹੜੀ ਹੈਗੀ ਸੀ ਮਤਲਬ ਉਸ ਚੀਜ਼ ਨੂੰ ਜਿਹੜਾ ਹੈਗਾ ਪ੍ਰੀਸਾਈਡ ਕਰਦੇ ਸੀ, ਉਸ ਚੀਜ਼ ਨੂੰ ਸਾਰੇ ਜਿਹੜੇ ਹੈਗੇ ਸੀ ਉਹਨਾਂ ਦੇ ਸੈਕਟਰੀਏਟ ਦੇ ਅੰਡਰ ਹੀ ਸਾਰਾ ਕੰਮ ਜਿਹੜਾ ਹੁੰਦਾ ਸੀ, ਠੀਕ ਹੈ, ਉਹਨਾਂ ਦੇ ਬੰਦੇ ਦੇ ਰੱਖਦੇ ਉਹਨਾਂ ਧਿਆਨ ਦੇ ਵਿੱਚ ਹੀ। ਅੱਗੇ ਜਿਹੜਾ ਹੈਗਾ ਥਰਡ ਇੰਪੋਰਟੈਂਟ ਜਿਹੜਾ ਫੈਕਟ ਹੈਗਾ ਉਹ ਇਹ ਗੱਲ ਹੈਗੀ ਹੈ SN ਮੁਖਰਜੀ ਵਾਜ਼ ਦਾ ਚੀਫ ਡਰਾਫਟ ਮੈਨ ਆਫ ਦਾ ਕੰਸਟੀਟਿਊਸ਼ਨ ਇਨ ਦਾ ਕੰਸਟੀਟਿਊਐਂਟ ਅਸੈਂਬਲੀ, ਠੀਕ ਹੈ। ਜਿਹੜੀ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਕੌਣ ਸੀ
ਉਹ ਹੈਗਾ ਸੀ ਡਾਕਟਰ ਭੀਮ ਰਾਓ ਅੰਬੇਦਕਰ। ਬਟ ਇੱਥੇ ਗੱਲ ਕਰ ਰਹੇ ਨੇ ਕੰਸਟੀਟਿਊਂਟ ਅਸੈਂਬਲੀ ਦੇ ਵਿੱਚ ਕੰਸਟੀਟਿਊਸ਼ਨ ਡਰਾਫਟ ਕਰਨ ਵਾਸਤੇ ਜਿਹੜੇ ਉਹਨਾਂ ਦੇ ਚੀਫ ਡਰਾਫਟਮੈਨ ਜਿਹੜੇ ਹੈਗੇ ਸੀ ਨਾ ਉਹ ਹੈਗੇ ਸੀ S.N. ਮੁਖਰਜੀ ਹੈਗੇ ਸੀ। ਠੀਕ ਹੈ, ਅੱਗੇ ਆਪਾਂ ਗੱਲ ਕਰਦੇ ਹਾਂ ਫੋਰਥ ਪੁਆਇੰਟ ਦੀ, ਫੋਰਥ ਇੰਪੋਰਟੈਂਟ ਫੈਕਟ ਦੀ। ਤਾਂ ਉਹ ਹੈਗਾ ਪ੍ਰੇਮ ਬਿਹਾਰੀ ਨਾਰਾਇਣ ਰਾਇਜ਼ਾਦਾ was the calligrapher of the Indian Constitution. The original Constitution was handwritten by him in the flowering italic style. ठीक है, तो उनकी प्रेम बिहारी नारायण रायजादा, प्रेम बिहारी नारायण रायजादा जी की है कैलीग्राफर है। कैलीग्राफर मतलब कि डिजाइनर। ठीक है, अपने संविधान को डिजाइन करने वास्ते। ठीक है, ਜਿਹੜਾ ओरिजिनल ਕੰਸਟੀਟਿਊਸ਼ਨ ਹੈਗਾ ਸੀ ਉਹ ਇਹਨਾਂ ਨੇ ਹੀ ਲਿਖਿਆ ਸੀ। ਤੇ ਇਹਨਾਂ ਨੇ ਕਿਵੇਂ ਲਿਖਿਆ ਸੀ? ਫਲਾਵਰਿੰਗ ਇਟੈਲਿਕ ਸਟਾਈਲ ਦੇ ਵਿੱਚ। ਠੀਕ ਹੈ, ਉਹਨਾਂ ਨੂੰ ਕੀ ਇਟੈਲਿਕ ਸਟਾਈਲ ਦੇ ਵਿੱਚ ਉਹਨਾਂ ਨੇ ਰਾਈਟਿੰਗ ਕੀਤੀ ਸੀ। ਠੀਕ ਹੈ, ਫਲਾਵਰਿੰਗ 'ਚ। ਫਿਫਥ ਇੰਪੋਰਟੈਂਟ ਜਿਹੜਾ ਫੈਕਟ ਹੈਗਾ ਉਹ ਗੱਲ ਕਰਦਾ ਹੈ ਦਾ ओरिजिनल वर्जन वाज ब्यूटिफाइड एंड डेकोरेटेड बाय द आर्टिस्ट्स फ्रॉम शांति निकेतन इंक्लूडिंग नंदलाल बोस। ठीक है, इतने नंद सॉरी डी ਜਿਹੜਾ ਹੈਗਾ ਮਿਸਿੰਗ ਹੈਗਾ, ਤੁਸੀਂ ਲਿਖ ਲੈਣਾ ਨੰਦ ਲਾਲ ਬੋਸ ਐਂਡ ਬਿਹੋਰ ਰਾਮ ਮਨੋਹਰ ਸਿਨਹਾ। ਠੀਕ ਹੈ, ਦੋ ਜਿਹੜੇ ਹੈਗੇ ਸੀ, ਇੱਕ ਹੀ ਜਿਹੜੇ ਹੈਗਾ ਸੀ ਜਿਹੜੇ ਓਰੀਜਨਲ ਵਰਜ਼ਨ ਹੈਗਾ ਸੀ ਨਾ ਸੰਵਿਧਾਨ ਦਾ, ਉਹਨੂੰ ਡੈਕੋਰੇਟ ਕਿਹਨਾਂ ਨੇ ਕੀਤਾ? ਸ਼ਾਂਤੀ ਨਿਕੇਤਨ, ਇੱਕ ਜਿਹੜਾ ਹੈਗਾ ਸ਼ਾਂਤੀ ਨਿਕੇਤਨ ਨਾਮ ਦੀ ਇੱਕ ਜਿਹੜੀ ਸੰਸਥਾ ਹੈਗੀ ਸੀ ਉਹਨਾਂ ਦੇ ਵਿੱਚੋਂ ਜਿਹੜੇ ਹੈਗੇ ਸੀ ਇੱਕ ਹੈਗੇ ਸੀ ਨੰਦ ਲਾਲ ਬੋਸ ਅਤੇ ਦੂਸਰੇ ਜਿਹੜੇ ਹੈਗੇ ਸੀ ਉਹ ਹੈਗੇ ਸੀ ਬਿਹੋਰ ਰਾਮ ਮਨੋਹਰ ਸਿਨਹਾ। ਠੀਕ ਹੈ, ਬਿਹੋਰ ਰਾਮ ਮਨੋਹਰ ਸਿਨਹਾ ਜੀ ਜਿਹੜੇ ਹੈਗੇ ਸੀ ਉਹਨਾਂ ਦੇ ਜਿਹੜੇ ਸੈਕਿੰਡ ਪਾਰਟ ਜਿਹੜੇ ਹੈਗੇ ਸੀ ਉਹਨਾਂ ਦੇ ਹੈਗੇ ਸੀ ਪਾਰਟਨਰ ਹੈਗੇ ਸੀ ਜਿਨ੍ਹਾਂ ਨੇ ਕੀ ਹੈ ਸੰਵਿਧਾਨ ਨੂੰ ਬਿਊਟੀਫਾਈ ਕੀਤਾ। ਠੀਕ ਹੈ, ਆਈ ਹੋਪ ਗਾਈਜ਼ ਤੁਹਾਨੂੰ ਇਹਨਾਂ ਸਮਝ ਲੱਗ ਗਿਆ ਹੋਏਗਾ। ਤਾਂ ਆਪਾਂ ਜਿਹੜਾ ਹੈਗਾ ਅੱਗੇ ਨੈਕਸਟ ਪੁਆਇੰਟਸ ਵੱਲ ਵੱਧਦੇ ਹੈਗੇ, ਨੈਕਸਟ ਆਪਣੇ ਫੈਕਟਸ ਵੱਲ ਵੱਧਦੇ ਹੈਗੇ। ਠੀਕ ਹੈ, ਤਾਂ ਸਿਕਸਥ ਇੰਪੋਰਟੈਂਟ ਫੈਕਟ ਜਿਹੜਾ ਹੈਗਾ ਉਹ ਗੱਲ ਕਰਦਾ ਹੈ ਬਿਹੋਰ ਰਾਮ ਮਨੋਹਰ ਸਿਨਹਾ illuminated, beautified and ornamented the original preamble calligraphed by ਪ੍ਰੇਮ ਬਿਹਾਰੀ ਨਾਰਾਇਣ ਰਾਇਜ਼ਾਦਾ। ਠੀਕ ਹੈ, ਤਾਂ ਹੁਣ ਕੀ ਹੈਗਾ ਸੀ ਜਿਹੜੇ ਬਿਹੋਰ ਰਾਮ ਮਨੋਹਰ ਸਿਨਹਾ ਜੀ ਜਿਹੜੇ ਹੈਗੇ ਸੀ ਉਹਨਾਂ ਨੂੰ ਕੀ ਇਲੂਮੀਨੇਟ ਕਰ ਦਿੱਤਾ ਗਿਆ। ਜਿਹੜੇ ਪ੍ਰੀਐਂਬਲ ਜਿਹੜੇ ਆਪਣੀ ਪ੍ਰਸਤਾਵਨਾ ਹੈਗੇ, ਪ੍ਰਸਤਾਵਨਾ ਨੂੰ ਡੈਕੋਰੇਟ ਕਿਹਨਾਂ ਨੇ ਕੀਤਾ? ਤੁਸੀਂ ਸਿੰਪਲ ਭਾਸ਼ਾ ਦੇ ਵਿੱਚ ਯਾਦ ਰੱਖਣਾ, ਪ੍ਰੀਐਂਬਲ ਪ੍ਰਸਤਾਵਨਾ ਨੂੰ ਡੈਕੋਰੇਟ ਕਿਹਨਾਂ ਨੇ ਕੀਤਾ? ਉਹਨਾਂ ਨੇ ਕੈਲੀਗ੍ਰਾਫੀ ਕਿਹਨਾਂ ਨੇ ਕੀਤੀ? ਉਹ ਕੀਤੀ ਪ੍ਰੇਮ ਬਿਹਾਰੀ ਨਾਰਾਇਣ ਰਾਇਜ਼ਾਦਾ ਜੀ ਨੇ ਕੀਤੀ। ਅੱਗੇ ਆਪਣਾ ਸੈਵਨਥ ਇੰਪੋਰਟੈਂਟ ਫੈਕਟ ਜਿਹੜਾ ਹੈਗਾ ਉਹ ਗੱਲ ਕਰਦਾ ਹੈ ਦ ਕੈਲੀਗ੍ਰਾਫੀ ਆਫ ਦ ਹਿੰਦੀ ਵਰਜ਼ਨ ਆਫ ਦ ਓਰੀਜਨਲ ਕੰਸਟੀਟਿਊਸ਼ਨ। ਠੀਕ ਹੈ, ਹੁਣ ਜਿਹੜੀ ਕੈਲੀਗ੍ਰਾਫੀ ਜਿਹੜੀ ਹੈਗੀ ਸੀ ਹਿੰਦੀ ਵਰਜ਼ਨ, ਹੁਣ ਕੀ ਆਪਾਂ ਨੂੰ ਕੀ ਜਿਹੜਾ ਹੈਗਾ ਸੀ ਆਪਣਾ ਸੰਵਿਧਾਨ ਦੋ ਵਰਜ਼ਨ ਦੇ ਵਿੱਚ ਹੈਗਾ, ਇੱਕ ਤਾਂ ਕੀ ਹੈਗਾ ਇੰਗਲਿਸ਼ ਵਰਜ਼ਨ ਦੇ ਵਿੱਚ, ਦੂਸਰਾ ਜਿਹੜਾ ਹੈਗਾ ਆਪਣਾ ਕੀ ਹਿੰਦੀ ਵਰਜ਼ਨ ਦੇ ਵਿੱਚ। ਹੁਣ ਜਿਹੜਾ ਹਿੰਦੀ ਵਰਜ਼ਨ ਦੇ ਵਿੱਚ ਹੈਗਾ ਉਹ ਕੀ ਹੈਗਾ, ਉਹਨਾਂ ਨੂੰ ਕਿਹਨਾਂ ਦੁਆਰਾ ਲਿਖਿਆ ਗਿਆ? ਉਹ ਲਿਖਿਆ ਗਿਆ ਵਸੰਤ ਕ੍ਰਿਸ਼ਨ ਵੈਦਿਆ। ਠੀਕ ਹੈ, ਵਸੰਤ ਕ੍ਰਿਸ਼ਨ ਵੈਦਿਆ ਦੁਆਰਾ ਜਿਹੜਾ ਹੈਗਾ ਲਿਖਿਆ ਗਿਆ ਐਂਡ ਐਲੀਗੈਂਟਲੀ ਡੈਕੋਰੇਟਡ ਐਂਡ illuminated by ਨੰਦ ਲਾਲ ਬੋਸ। ਠੀਕ ਹੈ, ਹੁਣ ਕੀ ਉਹਨਾਂ ਨੂੰ ਕੀ ਮਤਲਬ ਕੀ ਹੈ ਜਿਹੜਾ ਹੈਗਾ ਐਲੀਗੈਂਟਲੀ ਡੈਕੋਰੇਟ ਕਿਹਨਾਂ ਨੇ ਕੀਤਾ? ਉਹ ਕੀਤਾ ਨੰਦ ਲਾਲ ਬੋਸ ਨੇ। ਠੀਕ ਹੈ, ਨੰਦ ਲਾਲ ਬੋਸ ਨੇ ਉਹਨੂੰ ਚੰਗੀ ਤਰ੍ਹਾਂ ਡੈਕੋਰੇਟ ਕੀਤਾ। ਬਿਹੋਰ ਰਾਮ ਮਨੋਹਰ ਸਿਨਹਾ ਅਤੇ ਪ੍ਰੇਮ ਬਿਹਾਰੀ ਨਾਰਾਇਣ ਰਾਇਜ਼ਾਦਾ ਨੇ ਕੀ ਹੈ ਪ੍ਰੀਐਂਬਲ ਨੂੰ ਜਿਹੜਾ ਹੈਗਾ ਡੈਕੋਰੇਟ ਕੀਤਾ। ਠੀਕ ਹੈ, ਤਾਂ ਆਈ ਹੋਪ ਗਾਈਜ਼ ਤੁਹਾਨੂੰ ਇਹਨਾਂ ਪਤਾ ਲੱਗ ਗਿਆ ਹੋਏਗਾ। ਤਾਂ ਆਪਾਂ ਜਿਹੜਾ ਹੈਗਾ ਅੱਗੇ ਗੱਲ ਕਰਦੇ ਹਾਂ ਨੈਕਸਟ ਇੰਪੋਰਟੈਂਟ ਜਿਹੜਾ ਹੈਗਾ ਆਪਣਾ ਫੀਚਰ ਹੈਗਾ ਕੰਸਟੀਟਿਊਐਂਟ ਅਸੈਂਬਲੀ ਦਾ, ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਤਾਂ ਉਹ ਕੀ ਹੈਗਾ ਹਿੰਦੀ ਟੈਕਸਟ ਆਫ ਦਾ ਕੰਸਟੀਟਿਊਸ਼ਨ। ਤਾਂ ਸਭ ਤੋਂ ਪਹਿਲਾਂ ਹੈਗਾ ਸੀ ਇਹ ਆਪਣਾ ਸੰਵਿਧਾਨ ਲਿਖਿਆ ਗਿਆ ਸੀ ਹਿੰਦੀ ਦੇ ਵਿੱਚ ਨਹੀਂ ਲਿਖਿਆ ਗਿਆ ਸੀ, ਇਹ ਕੀ ਹੈਗਾ ਸੀ ਇੰਗਲਿਸ਼ ਦੇ ਵਿੱਚ ਲਿਖਿਆ ਗਿਆ ਸੀ। ਠੀਕ ਹੈ, ਇਹਨਾਂ ਵਰਜ਼ਨ ਅਲੱਗ ਸੀ। ਹੁਣ ਹਿੰਦੀ ਵਰਜ਼ਨ ਇਹਨਾਂ ਦਾ ਬਾਅਦ 'ਚ ਹੈ। ਤਾਂ ਆਪਾਂ ਜਿਹੜਾ ਫਸਟ ਪੁਆਇੰਟ ਦੀ ਗੱਲ ਕਰਨਾ the originally the constitution of India did not make any provision with respect to an authoritative text of the constitution in the Hindi version। ਤਾਂ ਮਤਲਬ ਕੀ ਹੈਗਾ ਉਹ ਕੀ ਕਹਿ ਰਹੇ ਨੇ ਵੀ ਪਹਿਲਾਂ ਜਦੋਂ ਓਰੀਜਨਲੀ ਸਭ ਤੋਂ ਸ਼ੁਰੂਆਤ ਤੋਂ ਜਿਹੜੇ ਸ਼ੁਰੂਆਤੀ ਪਲਾਂ ਤੋਂ ਕੀ ਹੈਗਾ ਸੀ ਆਪਣੇ ਭਾਰਤੀ ਸੰਵਿਧਾਨ ਦੇ ਵਿੱਚ ਕੋਈ ਇਸ ਤਰ੍ਹਾਂ ਪ੍ਰੋਵੀਜ਼ਨ ਨਹੀਂ ਹੈਗਾ ਸੀ ਵੀ ਜਿਸ ਦੇ ਰਿਗਾਰਡਿੰਗ ਆਪਾਂ ਕੀ ਕਰੀਏ ਵੀ ਆਪਾਂ ਕੀ ਹੈ ਸੰਵਿਧਾਨ ਨੂੰ ਹਿੰਦੀ ਵਰਜ਼ਨ ਦੇ ਵਿੱਚ ਲਿਆਈਏ। ਠੀਕ ਹੈ, ਅਤੇ ਇਹਦੇ ਵਿੱਚ ਕੀ ਕੀਤਾ ਗਿਆ ਸਭ ਤੋਂ ਪਹਿਲਾਂ ਅਮੈਂਡਮੈਂਟ ਕੀਤੀ ਗਈ ਵੀ ਆਪਣਾ ਸੰਵਿਧਾਨ ਹਿੰਦੀ ਵਿੱਚ ਵੀ ਹੋਣਾ ਚਾਹੀਦਾ। ਠੀਕ ਹੈ, ਕਿਉਂਕਿ ਜੋ ਸੰਵਿਧਾਨ ਕਹਿੰਦਾ ਆਪਾਂ ਉਸ ਅਕੋਰਡਿੰਗਲੀ ਆਪਾਂ ਕੀ ਵਰਕ ਕਰਾਂਗੇ। ਤਾਂ ਹੁਣ ਜਿਹੜਾ ਹੈਗਾ ਇਹ ਨੈਕਸਟ ਇੰਪੋਰਟੈਂਟ ਫੈਕਟ ਹੈਗਾ ਉਹ ਗੱਲ ਕਰਦਾ ਹੈ the 56th constitutional amendment bill of 1987। ਠੀਕ ਹੈ, ਤਾਂ CA ਦਾ ਮਤਲਬ ਇੱਥੇ ਹੈਗਾ constitutional amendment, ਬਾਕਾਇਦਾ ਮੈਂ ਬ੍ਰੈਕਟ ਦੇ ਵਿੱਚ ਲਿਖਿਆ ਤੁਸੀਂ ਧਿਆਨ ਦੇਣਾ। the 56th constitutional amendment bill of 1987 after being passed by parliament and the president finally emerged as the 58th amendment act of 1987। ਠੀਕ ਹੈ, ਤਾਂ 56ਵੀਂ ਜਿਹੜੀ ਹੈਗੀ ਸੀ ਨੇ ਸੰਵਿਧਾਨਿਕ ਸੋਧ ਜਿਹੜੀ ਹੈਗੀ ਸੀ ਉਹਨੂੰ ਕੀ ਐਜ਼ ਅ ਬਿੱਲ ਉਹਨੂੰ ਜਿਹੜਾ ਹੈਗਾ ਭੇਜਿਆ ਗਿਆ ਸਦਨਾਂ ਦੇ ਵਿੱਚ। ਠੀਕ ਹੈ, ਜਦੋਂ ਕਿ ਦੋਵਾਂ ਸਦਨਾਂ ਨੇ ਪਾਸ ਕੀਤਾ, ਪ੍ਰੈਜ਼ੀਡੈਂਟ ਨੇ ਕੀ ਉਹਨਾਂ 'ਤੇ ਸਾਈਨ ਕੀਤਾ,
तो की है जी फाइनल जी की बन के आई 58ਵੀਂ ਅਮੈਂਡਮੈਂਟ ਐਕਟ ਬਣ ਕੇ ਆਇਆ ਜਿਹੜਾ ਕਿ 1987 ਦੇ ਵਿੱਚ ਆਇਆ ਜਿੰਦੇ ਵਿੱਚ ਕੀ ਹੈਗਾ ਸੀ ਉਹ ਅਮੈਂਡਮੈਂਟ ਦੇ ਵਿੱਚ ਕੀ ਗੱਲ ਕੀਤੀ ਗਈ ਸੀ ਫਸਟ ਜਿਹੜੀ ਗੱਲ ਕੀਤੀ ਗਈ ਸੀ ਉਹ ਗੱਲ ਕੀਤੀ ਗਈ ਦ ਅਮੈਂਡਮੈਂਟ ਆਫ ਦ ਕਨਸਟੀਟਿਊਸ਼ਨ ਇੰਸਰਟਡ ਅ ਨਿਊ ਆਰਟੀਕਲ ਉਹਨਾਂ ਵਿੱਚ ਨਵੇਂ ਆਰਟੀਕਲ ਇੰਸਰਟ ਕੀਤੇ ਗਏ ਉਹਨਾਂ ਨੂੰ ਕੀ ਨਵੇਂ ਆਰਟੀਕਲ ਸ਼ਾਮਿਲ ਕੀਤੇ ਗਏ ਉਹ ਕਿਹੜੇ ਹੈਗੇ ਸੀ ਆਰਟੀਕਲ 394 ਏ ठीक है 394 इन द लास्ट पार्ट ऑफ द कॉन्स्टिट्यूशन ठीक है लास्ट पार्ट अपना उस टाइम लास्ट पार्ट कितना दैट इज पार्ट 22 ठीक है अपने टोटल पार्ट्स जो 25 है उन्होंने सब पार्ट्स में इंक्लूड करके जे आप सब पार्ट्स ना इंक्लूड करी 22 है तो 22वें पार्ट के 394 ए आर्टिकल के गल की गई भी अपने जोड़ा हिंदी भी अपने संविधान का वर्जन होना चाहिए ठीक है हुण जो 22वें पार्ट की गल की गई आप थोड़ी ब्रैकेट दसे गए भी कि आर्टिकल्स आते हैं This part consisted of 3 articles only, Article 393, Article 394 and Article 395 ठीक है ये 3 आर्टिकल्स जोड़े ने पार्ट 22 ਦੇ ਵਿੱਚ ਦਿੱਤੇ ਗਏ ਨੇ ਤਾਂ ਇਹ ਜਿਹੜਾ ਹੈਗਾ ਆਪਣਾ ਹਿੰਦੀ ਵਰਜ਼ਨ ਬਾਰੇ ਆਪਾਂ ਗੱਲ ਕਰਾਂਗੇ ਸੋ ਗਾਇਜ਼ ਆਈ ਹੋਪ ਗਾਇਜ਼ ਤੁਹਾਨੂੰ ਇਹ ਲੈਕਚਰ ਵਧੀਆ ਲੱਗਿਆ ਹੋਵੇਗਾ ਇਹ ਆਪਣਾ ਲਾਸਟ ਲੈਕਚਰ ਹੈਗਾ ਸੀ ਰਿਗਾਰਡਿੰਗ ਮੇਕਿੰਗ ਆਫ ਇੰਡੀਅਨ ਕਨਸਟੀਟਿਊਸ਼ਨ ਜਾਂ ਫਿਰ ਕੀ ਕੰਸਟੀਟਿਊਐਂਟ ਅਸੈਂਬਲੀ ਦੇ ਰਿਕਾਰਡਿੰਗ ਠੀਕ ਹੈ ਆਈ ਹੋਪ ਗਾਇਜ਼ ਤੁਹਾਨੂੰ ਇਹਨਾਂ ਸਮਝ ਲੱਗ ਗਿਆ ਹੋਵੇਗਾ ਸਾਰਿਆਂ ਨੂੰ ਤਾਂ ਆਪਾਂ ਹੁਣ ਕੀ ਗੱਲ ਕਰਦੇ ਹਾਂ ਆਪਾਂ ਜਿਹੜਾ ਹੈਗਾ ਨੈਕਸਟ ਦੀ ਕੱਲ੍ਹ ਦੀ ਕਲਾਸ ਦੇ ਵਿੱਚ ਆਪਾਂ ਗੱਲ ਕਰਾਂਗੇ ਕੱਲ੍ਹ ਆਪਾਂ ਨੈਕਸਟ ਜਿਹੜੀ ਵੀ ਨੈਕਸਟ ਕਲਾਸ ਹੋਏਗੀ ਜਿਸ ਦਿਨ ਵੀ ਹੋਏਗੀ ਕੱਲ੍ਹ ਹੋਏਗੀ ਪਰਸੋਂ ਹੋਏਗੀ ਉਹਦੇ ਵਿੱਚ ਆਪਾਂ ਕੀ ਪ੍ਰੀਐਂਬਲ ਬਾਰੇ ਪ੍ਰਸਤਾਵਨਾ ਬਾਰੇ ਆਪਾਂ ਕਰਾਂਗੇ ਪ੍ਰਸਤਾਵਨਾ ਦੀ ਜਿਹੜੀ ਪ੍ਰੋਵੀਜ਼ਨਸ ਦਿੱਤੀਆਂ ਗਈਆਂ ਨੇ ਉਹਨਾਂ ਬਾਰੇ ਗੱਲ ਕਰਾਂਗੇ ਫਿਰ ਆਪਾਂ ਟੋਪਿਕ ਬਾਈ ਟੋਪਿਕ ਆਪਾਂ ਕੀ ਜਿਹੜੇ ਹੈਗੇ ਟੋਪਿਕ ਸਾਰੇ ਚੱਕਦੇ ਜਾਵਾਂਗੇ ਉਹਨਾਂ ਨੂੰ ਹੌਲੀ ਹੌਲੀ ਆਪਾਂ ਸਮ ਅਪ ਕਰਦੇ ਜਾਵਾਂਗੇ ਠੀਕ ਹੈ ਆਈ ਹੋਪ ਗਾਇਜ਼ ਤੁਹਾਨੂੰ ਇਹਨਾਂ ਸਮਝ ਲੱਗ ਗਿਆ ਹੋਏਗਾ ਤਾਂ ਤੁਸੀਂ ਕੀ ਹੈ ਇਸ ਲੈਕਚਰ ਤੋਂ ਬਾਅਦ ਕੀ ਹੈ ਤੁਸੀਂ ਜਿਹੜਾ ਹੈਗਾ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਤੁਹਾਨੂੰ ਕੀ ਹੋਰ ਡਿਫਿਕਲਟੀ ਆ ਰਹੀ ਹੈ ਰਿਗਾਰਡਿੰਗ ਮੇਕਿੰਗ ਆਫ ਇੰਡੀਅਨ ਕਨਸਟੀਟਿਊਸ਼ਨ ਕੰਸਟੀਟਿਊਐਂਟ ਅਸੈਂਬਲੀ ਦੇ ਰਿਗਾਰਡਿੰਗ ਜਾਂ ਫਿਰ ਕਿਸੇ ਵੀ ਹੋਰ ਕੋਈ ਨਿਊ ਟੌਪਿਕ ਹੈਗਾ ਉਹਨੂੰ ਤੁਸੀਂ ਕਹਿੰਦੇ ਜੀ ਪਹਿਲਾਂ ਸਪੈਸ਼ਲ ਕਲਾਸ ਲਗਾ ਦਿੱਤੀ ਜਾਵੇ ਜਾਂ ਕੁਛ ਵੀ ਹੈਗਾ ਤਾਂ ਆਪਾਂ ਉਹ ਵੀ ਜਿਹੜਾ ਹੈਗਾ ਤੁਹਾਡੇ ਲਈ ਕਰ ਸਕਦੇ ਹਾਂ ਆਪਾਂ ਇੱਕ ਸਪੈਸ਼ਲ ਕਲਾਸ ਵੀ ਬਣਾ ਸਕਦੇ ਤਾਂ ਤੁਸੀਂ ਕੀ ਕਰਨਾ ਹੁਣ ਜਿਹੜਾ ਹੈਗਾ ਇਹ ਲੈਕਚਰ ਤੋਂ ਜਿਹੜਾ ਹੈਗਾ ਨੋਟਸ ਜਿਹੜੇ ਹੈਗਾ ਤੁਹਾਨੂੰ ਦੇ ਦਿੱਤੇ ਜਾਣਗੇ ਪ੍ਰੋਵਾਈਡ ਇੱਥੇ ਵੀ ਕੀਤੇ ਨੇ ਤੁਹਾਨੂੰ ਕੀ ਹੈ ਆਪਾਂ ਕੀ ਹੈ ਟੈਲੀਗ੍ਰਾਮ 'ਤੇ ਵੀ ਪ੍ਰੋਵਾਈਡ ਕਰ ਦਾਂਗੇ ਸੋ ਥੈਂਕ ਯੂ ਸੋ ਮਚ ਗਾਈਜ਼ ਫॉर ਵਾਚਿੰਗ ਮਾਈ ਲੈਕਚਰ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਮਿਸਟਰ ਸਿੰਘ ਐਜੂਕੇਸ਼ਨਸ ਫॉर all the competitive exams thank you so much guys bye bye guys